उमरां दा लम्मा पैंडा हस के मुका ले रावां दियां कंढियां नूं सीने नाल ला ले उमरां दा लम्मा पैंडा हस के मुका ले। सरदार बाबू सिंह रतन का जन्म 27 अगस्त 1947 ਨੂੰ ਪਿਤਾ ਸਰਦਾਰ ਵਰਿਆਮ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਕੋਟ ਫੱਤਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। 1964 ਚ 10ਵੀਂ ਫਸਟ ਡਿਵੀਜ਼ਨ ਚ ਗਵਰਨਮੈਂਟ ਹਾਈ ਸਕੂਲ ਕੋਟ ਫੱਤਾ ਤੋਂ ਪਾਸ ਕੀਤੀ। 1968 ਚ ਗਵਰਨਮੈਂਟ ਰਜਿੰਦਰਾ ਕਾਲਜ ਤੋਂ BA ਆਨਰਸ ਇੰਗਲਿਸ਼ ਕੀਤੀ। 1970 ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ MA ਇੰਗਲਿਸ਼ ਕੀਤੀ। ਇਸ ਤੋਂ ਇਲਾਵਾ ਆਪਣੀ ਨੌਕਰੀ ਦੌਰਾਨ MA ਪੋਲੀਟੀਕਲ ਸਾਇੰਸ ਤੇ LLB ਦੀ ਡਿਗਰੀ ਪ੍ਰਾਪਤ ਕੀਤੀ। 1970 ਚ ਗਵਰਨਮੈਂਟ ਕਾਲਜ ਪੱਟੀ ਚ ਬਤੌਰ ਇੰਗਲਿਸ਼ ਲੈਕਚਰਰ ਜੁਆਇਨ ਕੀਤਾ। 1970 ਤੋਂ 70 ਤੱਕ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ 'ਚ ਅੰਗਰੇਜ਼ੀ ਦੇ ਲੈਕਚਰਰ ਦੀ ਸੇਵਾ ਨਿਭਾਈ ਤੇ 1977 ਚ ਹੀ IAS ਦਾ ਐਗਜ਼ਾਮ ਪਾਸ ਕਰਕੇ 1978 ਚ ਇੰਡੀਅਨ ਰੈਵਨਿਊ ਸਰਵਿਸਿਜ਼ 'ਚ ਬਤੌਰ ਅਸਿਸਟੈਂਟ ਕਮਿਸ਼ਨਰ ਜੁਆਇਨ ਕੀਤਾ ਤੇ 31 ਅਗਸਤ 2007 ਨੂੰ ਐਸ ਕਮਿਸ਼ਨਰ ਆਫ ਇਨਕਮ ਟੈਕਸ ਅੰਮ੍ਰਿਤਸਰ ਰਿਟਾਇਰ ਹੋਏ। ਰਿਟਾਇਰਮੈਂਟ ਤੋਂ ਬਾਅਦ ਉਹ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ 'ਚ ਫਾਈਨੈਂਸ਼ੀਅਲ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਵਿਜੀਲੈਂਸ ਦਾ ਕੰਮ ਦੇਖ ਰਹੇ ਨੇ। ਇਸ ਤੋਂ ਇਲਾਵਾ BS ਰਤਨ ਹੁਰਾ ਨੇ 1990-91 'ਚ ਗ੍ਰੈਜੂਏਟ ਲੈਵਲ ਦੇ ਅਫਸਰਾਂ ਦੀ ਭਰਤੀ 'ਚ ਸਟਾਫ ਸਿਲੈਕਸ਼ਨ ਕਮਿਸ਼ਨ ਆਫ ਇੰਡੀਆ 'ਚ ਆਪਣਾ ਯੋਗਦਾਨ ਪਾਇਆ ਤੇ ਵੱਖ-ਵੱਖ ਰਾਜਾਂ 'ਚ ਇਲੈਕਸ਼ਨ ਆਬਜ਼ਰਵਰ ਵਜੋਂ ਕੰਮ ਕੀਤਾ, ਜਿਵੇਂ ਪੰਜਾਬ 'ਚ 1996, ਕਰਨਾਟਕ 'ਚ 1998 ਤੇ ਮੱਧ ਪ੍ਰਦੇਸ਼ 'ਚ 1999 ਤੇ 2004। 1990 'ਚ ਸੈਂਟਰਲ ਰੈਵਨਿਊ ਸਪੋਰਟਸ ਆਫ ਨਾਰਥ ਜ਼ੋਨ ਤੇ 2000 'ਚ ਆਲ ਇੰਡੀਆ ਰੈਵਨਿਊ ਸਪੋਰਟਸ ਆਯੋਜਿਤ ਕਰਵਾਈਆਂ। BS ਰਤਨ ਸਾਹਿਤ ਪ੍ਰਤੀ ਰੁਚੀ ਵੀ ਰੱਖਦੇ ਨੇ ਤੇ ਹੁਣ ਤੱਕ ਇਹਨਾਂ ਦੀਆਂ 5 ਕਿਤਾਬਾਂ ਛਪ ਚੁੱਕੀਆਂ ਨੇ, ਜਿਨ੍ਹਾਂ 'ਚ 4 ਕਾਵ ਸੰਗ੍ਰਹਿ ਆਵੇਸ਼ ਪ੍ਰਵੇਸ਼, ਖਾਲੀ ਦਰਿਆ, ਰੇਤੇ ਉੱਪਰ ਲਕੀਰਾਂ, ਕਿਤੂਰ ਦੀ ਰਾਣੀ ਚੰਨੰਮਾ ਤੇ 5ਵੀਂ ਕਿਤਾਬ ਯੂਰਪ ਦੀ ਯਾਤਰਾ ਇੱਕ ਸਫ਼ਰਨਾਮਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਲੇਖ ਅੰਗਰੇਜ਼ੀ ਤੇ ਪੰਜਾਬੀ ਦੀਆਂ ਅਖਬਾਰਾਂ ਤੇ ਰਸਾਲਿਆਂ 'ਚ ਛਪਦੇ ਨੇ। ਆਓ ਮੁਲਾਕਾਤ ਕਰਦੇ ਹਾਂ ਬਾਬੂ ਸਿੰਘ ਰਤਨ ਹੁਰਾ ਨਾਲ। ਕਹਿੰਦੇ ਨੇ ਬਿਹਤਰ ਜ਼ਿੰਦਗੀ ਦਾ ਰਸਤਾ ਬਿਹਤਰ ਕਿਤਾਬਾਂ 'ਚੋਂ ਲੰਘਦਾ ਹੈ ਤੇ ਕੁਝ ਬਿਹਤਰ ਇਨਸਾਨ ਇਹਨਾਂ ਕਿਤਾਬਾਂ ਵਾਂਗ ਦੂਜਿਆਂ ਦੀ ਜ਼ਿੰਦਗੀ ਨੂੰ ਇੱਕ ਮਾਰਗਦਰਸ਼ਨ ਦਿੰਦੇ ਨੇ। ਇਹਨਾਂ ਦੀ ਜ਼ਿੰਦਗੀ ਦਾ ਹਰੇਕ ਹਰਫ ਸਾਡੇ ਲਈ ਅਨੁਭਵ ਦਾ ਕੰਮ ਕਰਦਾ ਹੈ। ਇਹੋ ਜਿਹੀਆਂ ਹਸਤੀਆਂ ਦੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ ਸਾਡਾ ਪ੍ਰੋਗਰਾਮ ਉਮਰਾਂ ਦੇ ਪੈਂਡੇ ਤੇ ਅੱਜ ਇਹੋ ਜਿਹੀ ਇੱਕ ਹਸਤੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਮੇਰੀ ਮੁਰਾਦ ਰਿਟਾਇਰਡ ਇਨਕਮ ਟੈਕਸ ਕਮਿਸ਼ਨਰ BS ਰਤਨ ਹੁਰਾ ਨਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ। ਸਭ ਤੋਂ ਪਹਿਲਾਂ ਜਦੋਂ ਅਸੀਂ ਬੀਤੇ ਵੱਲ ਝਾਕਦੇ ਹਾਂ ਤੇ ਗੱਲ ਆਉਂਦੀ ਹੈ ਤੁਹਾਡੇ ਬਚਪਨ ਦੀ, ਤੁਹਾਡੀ ਸਿੱਖਿਆ ਦੀ, ਉਹਦੇ ਬਾਰੇ ਜਾਣਨਾ ਚਾਹਾਂਗੇ। ਮੇਰਾ ਜਨਮ ਪਿੰਡ ਕੋਟਫੱਤਾ ਜ਼ਿਲ੍ਹਾ ਬਠਿੰਡਾ ਦੇ ਵਿੱਚ 27 ਅਗਸਤ 1947 ਨੂੰ ਮਾਤਾ ਸ਼੍ਰੀਮਤੀ ਕਰਤਾਰ ਕੌਰ ਔਰ ਪਿਤਾ ਸਰਦਾਰ ਵਰਿਆਮ ਸਿੰਘ ਹੋਰਾਂ ਦੇ ਘਰ ਹੋਇਆ। ਸਰਕਾਰੀ ਹਾਈ ਸਕੂਲ ਕੋਟਫੱਤਾ ਤੋਂ ਮੈਂ ਮੈਟ੍ਰਿਕ ਅੱਵਲ ਦਰਜੇ ਵਿੱਚ ਕੀਤੀ। ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਮੈਂ ਰਜਿੰਦਰਾ ਸਰਕਾਰੀ ਕਾਲਜ ਬਠਿੰਡਾ ਵਿਖੇ ਦਾਖਲਾ ਲਿਆ ਔਰ ਉਸ ਕਾਲਜ ਵਿੱਚ ਮੈਂ 4 ਸਾਲ ਲਗਾਏ। 4 ਸਾਲਾਂ ਦੇ ਦੌਰਾਨ ਮੈਂ BA ਆਨਰਸ ਦੀ ਡਿਗਰੀ ਹਾਸਲ ਕੀਤੀ ਔਰ ਇਹਨਾਂ 4 ਸਾਲਾਂ ਦੇ ਦੌਰਾਨ ਹਰ ਸਾਲ ਮੈਂ ਅਕਾਦਮਿਕ ਇਨਾਮ ਜਿੱਤੇ। ਮੈਨੂੰ ਬੈਸਟ ਇੰਗਲਿਸ਼ ਰਾਈਟਰ ਦਾ ਅਵਾਰਡ ਵੀ ਮਿਲਿਆ ਔਰ ਮੈਂ ਰਜਿੰਦਰਾ ਕਾਲਜ ਦਾ ਜਿਹੜਾ ਮੈਗਜ਼ੀਨ ਸੀ ਉਸ ਦਾ ਐਡੀਟਰ ਵੀ ਰਿਹਾ। BA ਆਨਰਸ ਦੀ ਡਿਗਰੀ ਕਰਨ ਉਪਰੰਤ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਡਿਪਾਰਟਮੈਂਟ ਆਫ ਇੰਗਲਿਸ਼ ਦੇ ਵਿੱਚ ਦਾਖਲ ਹੋਇਆ ਔਰ ਉੱਥੋਂ 1970 ਦੇ ਵਿੱਚ MA ਇੰਗਲਿਸ਼ ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਮੈਂ ਸਰਵਿਸ ਦੇ ਵਿੱਚ ਆਇਆ ਔਰ ਨਾਲ ਹੀ ਮੈਂ MA ਪੋਲੀਟੀਕਲ ਸਾਇੰਸ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਔਰ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਤੌਰ ਤੇ LLB ਦੀ ਡਿਗਰੀ ਜੰਮੂ ਯੂਨੀਵਰਸਿਟੀ ਤੋਂ ਹਾਸਲ ਕੀਤੀ। BS ਰਤਨ ਜੀ, ਪੜ੍ਹਾਈ ਤੋਂ ਬਾਅਦ ਇਨਸਾਨ ਦੀ ਜੱਦੋ-ਜਹਿਦ ਸ਼ੁਰੂ ਹੁੰਦੀ ਹੈ, ਕਰੀਅਰ ਨੂੰ ਲੈ ਕੇ ਕਈ ਸਵਾਲ ਪੈਦਾ ਹੁੰਦੇ ਹੈ। ਤੁਹਾਡੀ ਇਹ ਯਾਤਰਾ ਕਿਹੋ ਜਿਹੀ ਰਹੀ? ਪੜ੍ਹਾਈ ਤੋਂ ਬਾਅਦ ਮੈਂ ਪਹਿਲੇ ਵਾਰ ਤਾਂ ਗਵਰਨਮੈਂਟ ਕਾਲਜ ਪੱਟੀ ਦੇ ਵਿੱਚ ਪ੍ਰਵੇਸ਼ ਕੀਤਾ ਐਜ਼ ਲੈਕਚਰਰ ਇਨ ਇੰਗਲਿਸ਼ ਔਰ
1977 ਤੱਕ ਮੈਂ ਵੱਖ-ਵੱਖ ਕਾਲਜਾਂ ਦੇ ਵਿੱਚ ਅੰਗਰੇਜ਼ੀ ਪੜ੍ਹਾਉਣ ਦਾ ਕੰਮ ਕਰਦਾ ਰਿਹਾ। ਯਾਨੀ 1970 ਤੋਂ ਲੈ ਕੇ 77 ਤੱਕ ਮੈਂ ਲੈਕਚਰਰ ਰਿਹਾ ਔਰ ਉਸ ਤੋਂ ਬਾਅਦ ਮੈਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦਾ ਜਿਹੜਾ ਐਗਜ਼ਾਮ ਸੀ IAS ਦਾ ਇਮਤਿਹਾਨ ਪਾਸ ਕਰਕੇ 1977 ਦੇ ਵਿੱਚ ਜਿਹੜਾ ਪਾਸ ਕੀਤਾ ਔਰ 1978 ਦੇ ਵਿੱਚ IRS ਨਾਗਪੁਰ ਵਿਖੇ ਨੈਸ਼ਨਲ ਅਕੈਡਮੀ ਆਫ ਡਾਇਰੈਕਟ ਟੈਕਸਿਸ ਜਿਸ ਨੂੰ ਕਹਿੰਦੇ ਹੈ ਉੱਥੇ ਜੁਆਇਨ ਕੀਤਾ ਔਰ 1 ਸਾਲ ਦੀ ਟ੍ਰੇਨਿੰਗ ਕਰਨ ਉਪਰੰਤ ਮੈਂ ਪੰਜਾਬ ਦੇ ਵਿੱਚ ਅਲਾਟ ਹੋ ਗਿਆ ਔਰ ਪੰਜਾਬ ਦੇ ਵਿੱਚ ਬਠਿੰਡਾ ਵਿਖੇ ਮੇਰੀ ਪਹਿਲੀ ਜੁਆਇਨਿੰਗ ਹੈ। ਉਸ ਤੋਂ ਬਾਅਦ ਅਬੋਹਰ, ਮੋਗਾ, ਪਟਿਆਲਾ, ਅੰਮ੍ਰਿਤਸਰ ਇਹਨਾਂ ਥਾਵਾਂ ਤੇ ਮੈਂ ਸਰਵਿਸ ਕੀਤੀ ਔਰ ਪਟਿਆਲੇ ਐਡੀਸ਼ਨਲ ਕਮਿਸ਼ਨਰ ਰਿਹਾ ਔਰ ਉਸ ਤੋਂ ਬਾਅਦ ਮੈਂ ਕਮਿਸ਼ਨਰ ਬਣ ਕੇ ਜਿਹੜਾ ਸੀ ਉਹ ਅਹਿਮਦਾਬਾਦ 2001 ਦੇ ਵਿੱਚ ਗਿਆ ਔਰ ਕਮਿਸ਼ਨਰ ਆਫ ਇਨਕਮ ਟੈਕਸ ਜਿਹੜਾ ਸੀ ਮੈਂ ਅੰਮ੍ਰਿਤਸਰ ਤੋਂ ਹੀ ਰਿਟਾਇਰ ਹੋਇਆ। ਕਹਿੰਦੇ ਨੇ ਇੱਕ ਛੋਟੀ ਤੇ ਸ਼ਾਨਦਾਰ ਕਵਿਤਾ ਲਿਖਣਾ ਕਿਸੇ ਨੋਵਲ ਨੂੰ ਲਿਖਣ ਤੋਂ ਵੀ ਔਖਾ ਕੰਮ ਹੈ, ਪਰ ਤੁਸੀਂ ਵਾਰਤਕ ਵੀ ਲਿਖੀ ਹੈ, ਕਵਿਤਾ ਵੀ ਲਿਖੀ ਹੈ। ਇਹ ਸਾਹਿਤ ਦੀ ਰੁਚੀ ਕਿਵੇਂ ਪੈਦਾ ਹੋਈ? ਮੈਂ ਮੁੱਢਲੇ ਤੌਰ ਤੇ ਕਵਿਤਾ ਹੀ ਲਿਖਦਾ ਰਿਹਾ। ਮੈਂ ਕਹਿ ਸਕਦਾ ਕਿ ਕਾਲਜ ਦੇ ਦਿਨਾਂ ਤੋਂ ਕੁਝ ਮੈਗਜ਼ੀਨਸ ਦੇ ਵਿੱਚ ਮੇਰੀ ਕਵਿਤਾ ਛਪਦੀ ਸੀ ਔਰ ਖਾਸ ਕਰਕੇ ਰਜਿੰਦਰਾ ਜਿਹੜਾ ਮੈਗਜ਼ੀਨ ਆ ਉਹਦੇ ਵਿੱਚ ਵੀ ਕਵਿਤਾਵਾਂ ਮੇਰੀਆਂ ਛਪਦੀਆਂ ਸੀ। ਉਸ ਦਾ ਮੈਂ ਐਡੀਟਰ ਵੀ ਰਿਹਾ। ਸੋ ਕਾਲਜ ਦੇ ਦਿਨਾਂ ਤੋਂ ਹੀ ਮੈਨੂੰ ਜਿਹੜੀ ਇਸ ਕਵਿਤਾ ਦੀ ਲਿਖਣ ਦੀ ਜਿਹੜੀ ਚੇਟਕ ਲੱਗ ਗਈ ਸੀ ਔਰ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਜਿਹੜਾ ਹੈ ਇਸ ਨੂੰ ਆਪਣੇ ਸ਼ੌਕ ਨੂੰ ਪਾਲਦਾ ਰਿਹਾ। ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਵੀ ਮੈਨੂੰ ਜਦੋਂ ਕਦੇ ਟਾਈਮ ਮਿਲਦਾ ਸੀ ਮੈਂ ਕੋਈ ਨਾ ਕੋਈ ਕਵਿਤਾ ਲਿਖਦਾ ਸੀ। ਮੇਰੀ ਪਹਿਲੀ ਪੁਸਤਕ ਆਵੇਸ਼ ਪ੍ਰਵੇਸ਼, ਜਿਸ ਦੇ ਵਿੱਚ ਸਾਰੀਆਂ ਕਵਿਤਾਵਾਂ ਜਿਹੜੀਆਂ ਉਹ ਸੰਘਰਸ਼ ਦੀਆਂ ਕਵਿਤਾਵਾਂ ਨੇ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਕਿਸ ਤਰ੍ਹਾਂ ਹੋਇਆ। ਇਸ ਤੋਂ ਉਪਰੰਤ ਖਾਲੀ ਦਰਿਆ ਇਟਸੈਲਫ ਜਿਹੜੀ ਹੈ ਉਹ ਇਹ ਚੀਜ਼ ਸੰਕੇਤ ਕਰਦੀ ਹੈ ਕਿ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਖਲਾ ਹੈ, ਖਾਲੀਪਣ ਹੈ। ਉਸ ਤੋਂ ਬਾਅਦ ਰੇਤੇ ਉੱਪਰ ਲਕੀਰਾਂ ਇੱਕ ਐਸੀ ਕਿਤਾਬ ਹੈ ਜਿਸ ਦੇ ਵਿੱਚ ਖਾਸ ਕਰਕੇ ਵਿੱਦਿਆ ਦੀ ਜਿਹੜੀ ਹੈ ਉਹ ਬੁਲੰਦੀ ਦਿਖਾਈ ਗਈ ਹੈ ਕਿ ਵਿੱਦਿਆ ਤੋਂ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ, ਤਾਕਤ ਪ੍ਰਾਪਤ ਹੁੰਦੀ ਹੈ ਜਿਹੜੀ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਚੌਥੀ ਕਿਤਾਬ ਹੈ ਕਿਤੂਰ ਦੀ ਰਾਣੀ ਚਨਾਮਾ ਔਰ ਕਿਤੂਰ ਦੀ ਰਾਣੀ ਇੱਕ ਬਹਾਦਰ ਔਰਤ ਦੀ ਕਹਾਣੀ ਹੈ। ਸੋ ਇਹ ਕਿਤੂਰ ਦੀ ਰਾਣੀ ਚਨਾਮਾ ਇੱਕ ਲੰਬੀ ਕਵਿਤਾ ਹੈ ਜਿਸ ਨੂੰ 5 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਮੇਰੀ 2016 ਦੇ ਵਿੱਚ ਯੂਰਪ ਦੀ ਯਾਤਰਾ ਪੁਸਤਕ ਆਈ ਹੈ ਜਿਹਦੇ ਵਿੱਚ ਵੱਖ-ਵੱਖ ਦੇਸ਼ਾਂ ਬਾਰੇ, ਮੁਲਕਾਂ ਬਾਰੇ, ਸ਼ਹਿਰਾਂ ਬਾਰੇ ਔਰ ਉੱਥੋਂ ਦੀ ਸੱਭਿਅਤਾ ਬਾਰੇ ਮੌਜੂਦ ਨੇ। ਹੁਣ ਜਾਣਨਾ ਚਾਹਾਂਗੇ ਤੁਹਾਡੀ ਨਿੱਜੀ ਪਰਿਵਾਰਕ ਜ਼ਿੰਦਗੀ ਬਾਰੇ। ਮੇਰੀ ਸ਼ਾਦੀ ਜਿਹੜੀ ਹੈ 1977 ਵਿੱਚ ਹੋਈ। ਮਿਸਿਸ ਸੰਗਤ ਕੌਰ ਮੇਰੀ ਪਤਨੀ BA B.Ed ਸਨ ਔਰ SS ਮਿਸਟਰੈਸ ਦੇ ਤੌਰ ਤੇ ਕੰਮ ਕਰ ਰਹੇ ਸੀ। ਆਪਣੀ ਸਰਵਿਸ ਵੀ ਕਰਦੇ ਰਹੇ ਔਰ ਨਾਲ ਦੀ ਨਾਲ ਘਰ ਦਾ ਵੀ ਕੰਮ ਇਹਨਾਂ ਨੇ ਸੰਭਾਲਿਆ ਔਰ ਸਾਡੇ ਜਿਹੜੇ ਮਾਤਾ ਪਿਤਾ ਸੀ ਉਹ ਵੀ ਨਾਲ ਰਹਿੰਦੇ ਸੀ ਔਰ ਉਹਨਾਂ ਨੂੰ ਵੀ ਪੂਰੀ ਇੱਜ਼ਤ ਮਾਣ ਦਿੱਤਾ। ਰਤਨ ਬਹੁਤ ਮਿਹਨਤੀ, ਸੌਫਟ ਸੁਭਾਅ ਦੇ ਨੇ ਔਰ ਕਦੀ ਗੁੱਸੇ 'ਚ ਨਹੀਂ ਆਉਂਦੇ। ਹਰ ਚੀਜ਼ ਬੜੇ ਸਲੀਕੇ ਨਾਲ ਟੈਕਲ ਕਰਦੇ ਆ। ਘਰ ਦੇ ਵਿੱਚ ਚੀਜ਼ਾਂ ਦਾ ਰੱਖ ਰਖਾਵ, ਖਾਣ ਪੀਣ ਦੇ ਮਸਲੇ 'ਚ ਬੜੇ ਡੈਲੀਕੇਟ ਨੇ, ਬੜੇ ਨਰਮ ਸੁਭਾਅ ਦੇ ਨੇ। ਘਰ ਦੇ ਫੈਸਲੇ ਜ਼ਿਆਦਾ ਕੋਈ ਪ੍ਰਾਪਰਟੀ ਦਾ ਜਾਂ ਕੋਈ ਹੋਰ ਮਸਲੇ ਹੁੰਦੇ ਆ ਉਹ ਫੈਸਲੇ ਰਤਨ ਖੁਦ ਕਰਦੇ ਆ। ਉਸ ਦੇ ਵਿੱਚ ਮੈਂ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ। ਰਤਨ ਦਾ ਏਮ ਲੜਕੀਆਂ ਦੀ ਐਜੂਕੇਸ਼ਨ ਬਾਰੇ ਇਹੀ ਰਿਹਾ ਕਿ ਅਸੀਂ ਭਾਵੇਂ ਇਸ ਤਰ੍ਹਾਂ ਦੇ ਤਬਕੇ ਨਾਲ ਸੰਬੰਧ ਰੱਖਦੇ ਹਾਂ ਜਿੱਥੇ ਲੜਕੀਆਂ ਨੂੰ ਬਹੁਤ ਜ਼ਿਆਦਾ ਪੜ੍ਹਾਈ ਲਈ ਤਵੱਜੋ ਨਹੀਂ ਦਿੱਤੀ ਜਾਂਦੀ, ਅਤੇ ਰਤਨ ਦਾ ਹਮੇਸ਼ਾ ਇਹੀ ਰਿਹਾ ਵੀ ਲੜਕੀਆਂ ਨੂੰ ਆਲੇ ਦੁਆਲੇ ਚਾਚੇ ਤਾਇਆਂ ਜਾਂ ਕੋਈ ਹੋਰ ਰਿਸ਼ਤੇਦਾਰਾਂ ਦੇ ਲੜਕੀਆਂ ਨੂੰ ਬਹੁਤ ਪੜ੍ਹਾਇਆ ਜਾਵੇ। ਖਾਸ ਕਰਕੇ ਡਿਗਰੀਆਂ ਜ਼ਰੂਰ ਕਰਨ ਬੱਚੇ ਅਤੇ ਅੱਗੇ ਨਿਕਲਣ। ਸਾਡੇ 3 ਬੱਚੇ ਹੋਏ ਨੇ। ਵੱਡੀ ਬੇਟੀ ਅਮਨੀਤ ਪੀ ਕੁਮਾਰ ਹੈ ਜਿਹੜੀ 2001 ਦੇ ਵਿੱਚ IAS ਦੇ ਵਿੱਚ ਆਈ ਹੈ। ਉਹਦੀ ਸ਼ਾਦੀ 2002 ਦੇ ਵਿੱਚ ਮਿਸਟਰ ਵਾਈ ਪੂਰਨ ਕੁਮਾਰ IPS ਨਾਲ ਹੋਈ। ਉਹਨਾਂ ਦੇ 2 ਬੱਚੇ ਨੇ। ਵੱਡੀ ਬੇਟੀ ਅਦਿਤੀ ਹੈ, ਛੋਟੀ ਬੇਟੀ ਅਮੂਲਿਆ ਹੈ। ਬਚਪਨ ਤੋਂ ਇਹ ਚੀਜ਼ ਦੇਖੀ ਉਹਨਾਂ ਦੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਰੁਝੇਵਾਂ ਹੁੰਦਾ ਸੀ ਉਹਦੇ ਵਿੱਚ ਇੱਕ ਬੈਲੈਂਸ ਹੁੰਦਾ ਸੀ। ਫੈਮਿਲੀ ਦਾ ਵੀ ਬੈਲੈਂਸ ਸੀ, ਵਰਕ ਦਾ ਵੀ ਬੈਲੈਂਸ ਸੀ, ਅਤੇ ਸ਼ਾਮ ਨੂੰ ਜਿਹੜੇ ਦੋਸਤ ਸੀਗੇ, ਮਿੱਤਰ ਸੀਗੇ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ, ਸਾਂਝਾ ਕਰਨ ਦਾ ਇੱਕ ਪੂਰਾ ਦਾ ਪੂਰਾ ਉਹਨਾਂ ਦੀ ਵਿਅਸਤਾ ਰਹਿੰਦੀ ਸੀ। ਮੇਰੇ ਫਾਦਰ ਸਾਹਿਬ ਸ਼੍ਰੀ BS ਰਤਨ ਨੇ ਬਹੁਤ ਅੱਛੇ ਹੁਣ ਤੱਕ ਜਿਹੜਾ ਉਹਨਾਂ ਦੀ ਪੈਠ ਹੈ, ਚਾਹੇ ਉਹ ਸੋਸ਼ਲ ਪ੍ਰੋਗਰਾਮਸ ਦੇ ਵਿੱਚ ਹੋਵੇ
ਚਾਹੇ ਉਹਨਾਂ ਦਾ ਦਾਇਰਾ ਆਪਣੇ ਵਰਕ ਪ੍ਰੋਫਾਈਲ ਵਿੱਚ ਹੋਵੇ, ਹਰ ਵਕਤ ਪੋਜ਼ਿਟਿਵ ਥਿੰਕਿੰਗ ਨਾਲ ਅੱਗੇ ਚੱਲ ਕੇ ਜਿਹੜੀ ਮੁਕਾਮ ਹਾਸਿਲ ਕੀਤਾ ਹੈ, ਇਹ ਸਾਰਿਆਂ ਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਆਪਦੇ ਜੀਵਨ ਵਿੱਚ ਉਹਨੂੰ ਜ਼ਰੂਰ ਉਤਾਰੀਏ। ਸਾਡੇ ਬੇਟੇ ਦਾ ਨਾਮ ਅਮਿਤ ਰਤਨ ਹੈ, ਉਹ ਇੰਜੀਨੀਅਰ ਹੈ। ਉਸ ਦੀ ਪਤਨੀ ਜਿਹੜੀ ਹੈ ਉਹ ਸਨਮੀਤ ਕੌਰ IPS। ਇਹਨਾਂ ਦੇ 2 ਬੱਚੇ ਨੇ, ਵੱਡੀ ਬੇਟੀ ਹੈ ਅਸੀਸ ਔਰ ਛੋਟਾ ਬੇਟਾ ਹੈ ਅਰਮਾਨ। ਮੇਰੇ ਫਾਦਰ ਇੱਕ ਬੜੀ ਪੋਜ਼ਿਟਿਵ ਸੋਚ ਦੇ ਮਾਲਕ ਨੇ। ਅਸੀਂ ਇਹਨਾਂ ਤੋਂ ਬਹੁਤ ਕੁਝ ਜ਼ਿੰਦਗੀ 'ਚ ਸਿੱਖਿਆ ਹੈ। ਹਰ ਕੰਮ ਬੜੀ ਸਿਸਟਮੈਟਿਕਲੀ ਕਰਦੇ ਨੇ, ਬੜੇ ਸੋਸ਼ਲ ਤੇ ਬੜੇ ਹੀ ਉੱਚੀ ਸੋਚ ਦੇ ਮਾਲਕ ਹਨ। ਹੁਣ ਰਿਟਾਇਰਮੈਂਟ ਤੋਂ ਬਾਅਦ ਜਿਸ ਤਰ੍ਹਾਂ ਸੋਸਾਇਟੀ ਵਿੱਚ ਵਿਚਰ ਰਹੇ ਹਨ, ਜੋ ਮੈਸੇਜ ਕਨਵੇ ਕਰ ਰਹੇ ਹਨ, ਉਹ ਬਹੁਤ ਹੀ ਕੀਮਤੀ ਹੈ ਤੇ ਅਸੀਂ ਇਹਨਾਂ ਤੋਂ ਬਹੁਤ ਕੁਝ ਜ਼ਿੰਦਗੀ 'ਚ ਸਿੱਖ ਕੇ ਤੇ ਉਹਨੂੰ ਆਪਦੀ ਜ਼ਿੰਦਗੀ 'ਚ ਅਮਲ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੀਸਰੀ ਬੇਟੀ ਰਵਨੀਤ ਯੈਰਮ। ਬੇਟੀ MSc ਆਰਕੀਟੈਕਟ ਹੈ ਔਰ ਉਹਨਾਂ ਦੇ ਪਤੀ ਦਾ ਨਾਮ ਹੈ ਉਮੇਸ਼ ਯੈਰਮ। ਉਹਨਾਂ ਦੀ ਇੱਕ ਬੇਟੀ ਹੈ, ਉਹਦਾ ਨਾਮ ਦਿਨਾਲੀ ਹੈ। ਸੋ ਇਸ ਤਰ੍ਹਾਂ ਸਮੂਹ ਪਰਿਵਾਰ ਦਾ ਜਿਹੜਾ ਹੈ ਵਰਣਨ ਕਿਹਾ ਜਾ ਸਕਦਾ ਹੈ, ਜਿਹੜਾ ਕਿ ਬੜੀ ਖੁਸ਼ੀ ਨਾਲ ਔਰ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਨੇ। BS ਰਤਨ ਜੀ ਕਹਿੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਦੀ ਪੂਰੀ ਰੂਟੀਨ ਚੇਂਜ ਹੋ ਜਾਂਦੀ ਹੈ। ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੀ ਕਰ ਰਹੇ ਹੋ? ਰਿਟਾਇਰਮੈਂਟ ਤੋਂ ਬਾਅਦ ਮੈਂ ਇੱਕ ਰੁਝੇਵੇਂ ਭਰਿਆ ਜੀਵਨ ਹੀ ਬਿਤਾ ਰਿਹਾ ਹਾਂ। ਪਹਿਲੇ ਨੰਬਰ ਤੇ ਤਾਂ ਅਸੀਂ ਬੱਚਿਆਂ ਨੂੰ ਆਪਣੀ ਤਵੱਜੋ ਦਿੰਦੇ ਹਾਂ, ਉਹਨਾਂ ਵੱਲ ਧਿਆਨ ਕਰਦੇ ਹਾਂ। ਜਿਸ ਬੱਚੇ ਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਸ ਨੂੰ ਉਸ ਤਰ੍ਹਾਂ ਪੇਸ਼ ਆਉਂਦੇ ਹਾਂ। ਦੂਸਰੀ ਗੱਲ, ਮੈਂ ਯੂਨੀਵਰਸਿਟੀਜ਼ ਨਾਲ ਸੰਬੰਧ ਰੱਖਦਾ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ ਡਿਸਪਲਿਨਰੀ ਕਮੇਟੀ ਦਾ ਮੈਂਬਰ ਰਿਹਾ ਹਾਂ ਔਰ ਅੱਜ ਕੱਲ੍ਹ ਵੀ ਮੈਂ ਜਿਹੜਾ ਵਿਜੀਲੈਂਸ ਦਾ ਕੰਮ ਕਰ ਰਿਹਾ ਹਾਂ। ਇਸੇ ਤਰ੍ਹਾਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਜਿਹੜੀ ਕੇਂਦਰੀ ਯੂਨੀਵਰਸਿਟੀ ਹੈ ਭਾਰਤ ਦੀ, ਉਹ ਬਠਿੰਡਾ ਵਿਖੇ ਹੈ। ਸਾਰੇ ਪੰਜਾਬ ਦੀ ਕੋਈ ਇੱਕ ਯੂਨੀਵਰਸਿਟੀ, ਉਹਦੇ ਵਿੱਚ ਮੈਂ ਫਾਈਨੈਂਸ਼ੀਅਲ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਹਾਂ ਔਰ ਉੱਥੇ ਮੈਂ ਆਪਣੀ ਭੂਮਿਕਾ ਇੱਕ ਫਾਈਨੈਂਸ਼ੀਅਲ ਐਕਸਪਰਟ ਦੇ ਤੌਰ ਤੇ ਜਿਹੜੀ ਪੂਰੀ ਕਰ ਰਿਹਾ ਹਾਂ। ਤੋ ਇਸ ਤਰ੍ਹਾਂ ਇੱਥੇ ਪੰਜਾਬੀ ਯੂਨੀਵਰਸਿਟੀ ਹੈ, ਉੱਥੇ IAS ਕੋਚਿੰਗ ਸੈਂਟਰ ਦੇ ਵਿੱਚ ਮੈਂ ਜਾਣਾ ਹੈ। ਜਦੋਂ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਉੱਥੇ ਮੈਂ ਲੈਕਚਰ ਦੇਣਾ ਹੈ ਔਰ ਨਾਲ ਹੀ ਮੈਂ ਖਾਸ ਕਰਕੇ ਪੰਜਾਬੀ ਦੇ ਵਿੱਚ ਵਿਦਿਆਰਥੀਆਂ ਵਾਸਤੇ, ਉਹਨਾਂ ਉਮੀਦਵਾਰਾਂ ਵਾਸਤੇ ਜਿਹੜੇ IAS ਨੂੰ ਅਸਪਾਇਰ ਕਰਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਉਹ IAS ਦੇ ਵਿੱਚ ਆ ਜਾਣ, ਮੈਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਬਾਰੇ ਲਿਖ ਰਿਹਾ ਹਾਂ ਆਫਟਰ ਰਿਟਾਇਰਮੈਂਟ, ਜਿਹੜੀ ਕਿ ਵਾਰਤਕ ਹੈ ਜੀ। ਸੋ ਇਸ ਤਰ੍ਹਾਂ ਮੇਰਾ ਰਿਟਾਇਰਡ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਬੀਤ ਰਿਹਾ ਹੈ। ਪਰਿਵਾਰ ਨੂੰ ਵੀ ਟਾਈਮ ਦੇ ਰਿਹਾ ਮੈਂ, ਆਪਣੀਆਂ ਜਿਹੜੀਆਂ ਪੁਸਤਕਾਂ ਵੀ ਪੜ੍ਹਦਾ ਔਰ ਲਿਖਦਾ ਵੀ ਹਾਂ ਔਰ ਮੈਂ ਆਪਣਾ ਸਿਹਤ ਦਾ ਵੀ ਧਿਆਨ ਰੱਖਦਾ। ਮੈਂ ਤੇ ਰਤਨ ਸਾਹਿਬ 6ਵੀਂ ਜਮਾਤ ਵਿੱਚ ਗਵਰਨਮੈਂਟ ਹਾਈ ਸਕੂਲ ਕੋਟਖੱਤਾ ਵਿਖੇ ਇਕੱਠੇ ਹੋਏ ਸੀ। ਰਤਨ ਸਾਹਿਬ ਬੜੇ ਹੀ ਇੰਟੈਲੀਜੈਂਟ, ਮਲਾਪੜੇ ਸੁਭਾਅ ਦੇ, ਹਰ ਇੱਕ ਬੰਦੇ ਦੀ ਮਦਦ ਕਰਨ ਵਾਲੇ, ਹਰ ਇੱਕ ਰਿਸ਼ਤੇਦਾਰ ਦੀ ਮਦਦ ਕਰਨ ਵਾਲੇ, ਖਾਸ ਕਰਕੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ। ਹਰ ਫੀਲਡ ਵਿੱਚ ਇਹਨਾਂ ਨੇ ਕਮਿਸ਼ਨਰ ਹੁੰਦੇ ਹੋਏ ਆਪਣੀ ਸਾਹਿਤ ਨਾਲੋਂ ਬੜੀ ਨੇੜਤਾ ਬਣਾ ਕੇ ਰੱਖੀ ਤੇ ਇਹਨਾਂ ਤੋਂ ਸਾਨੂੰ ਬਹੁਤ ਅਗਵਾਈ ਮਿਲਦੀ ਹੈ। ਅਸੀਂ ਸਾਡੇ ਪਰਿਵਾਰ ਨੂੰ ਵੀ, ਹੋਰ ਵੀ ਸਾਡੇ ਜਿਹੜੇ ਹੈਗੇ ਯਾਰਾਂ ਦੋਸਤਾਂ ਨੂੰ ਬਹੁਤ ਅਗਵਾਈ ਦਿੰਦੇ ਨੇ। ਤੁਹਾਨੂੰ ਸਾਹਿਤਿਕ ਯੋਗਦਾਨ ਲਈ ਕਾਫੀ ਮਾਨ ਸਨਮਾਨ ਵੀ ਮਿਲੇ ਨੇ, ਉਹਨਾਂ ਬਾਰੇ ਜਾਣਨਾ ਚਾਹਾਂਗੇ। ਜਿੱਥੋਂ ਤੱਕ ਸਾਹਿਤਿਕ ਮਾਨ ਸਨਮਾਨ ਦੀ ਗੱਲ ਹੈ, ਉਹ ਮੈਨੂੰ ਵੱਖਰੀਆਂ ਸਾਹਿਤ ਸਭਾਵਾਂ ਵੱਲੋਂ, ਸੱਭਿਆਚਾਰਕ ਸੰਸਥਾਵਾਂ ਵੱਲੋਂ ਜਾਂ ਵੱਖਰੀਆਂ ਇੰਸਟੀਟਿਊਸ਼ਨ ਵੱਲੋਂ ਮਾਨ ਸਨਮਾਨ ਮਿਲਦੇ ਰਹੇ ਨੇ। ਪਰ ਵਿਸ਼ੇਸ਼ ਕਰਕੇ ਜਿਹੜਾ ਸਨਮਾਨ ਮੈਨੂੰ ਉਹ ਪੰਜਾਬ ਸਰਕਾਰ ਵੱਲੋਂ 2013 ਦੇ ਵਿੱਚ ਆਪਣੀਆਂ ਲੇਖਣੀ ਕਰਕੇ ਮਿਲਿਆ, ਜੋ ਮੈਂ ਲਿਖਤਾਂ ਦੀਆਂ ਮੇਰੀਆਂ ਸੇਵਾਵਾਂ ਕਰਕੇ ਮਿਲਿਆ। ਔਰ ਇਸ ਤੋਂ ਇਲਾਵਾ ਕੁਝ ਜਿਹੜੇ ਹੈ ਹੋਰ ਇਨਾਮ ਨੇ ਜਿਹੜੇ ਉਹ ਵੀ ਇਸੇ ਤਰ੍ਹਾਂ ਦੇ ਹੀ ਨੇ ਕਿ ਵੱਖ-ਵੱਖ ਥਾਵਾਂ 'ਤੇ ਜਿੱਥੇ ਵੀ ਮੈਂ ਜਾਂਦਾ ਹੈ ਜਾਂ ਜਿੱਥੇ ਮੈਨੂੰ ਬੁਲਾਇਆ ਜਾਂਦਾ ਹੈ, ਖਾਸ ਕਰਕੇ ਲੈਕਚਰ ਵਗੈਰਾ ਦੇ ਦੌਰਾਨ, ਉੱਥੇ ਉਹਨਾਂ ਨੇ ਉਹ ਮਾਨ ਤਾਨ ਆਪਣਾ ਕਰਦੇ ਨੇ। ਸਾਡੇ ਦਰਸ਼ਕਾਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਆਪਣੀ ਜ਼ਿੰਦਗੀ ਬਾਰੇ ਔਰ ਆਪਣੇ ਅਨੁਭਵ ਬਾਰੇ ਜੋ ਕੁਝ ਮੈਨੂੰ ਮਹਿਸੂਸ ਹੋਇਆ, ਮੈਂ ਇਹੀ ਕਹਿਣਾ ਚਾਹਾਂਗਾ ਕਿ ਬਚਪਨ ਤੋਂ ਲੈ ਕੇ ਜਵਾਨੀ ਤੋਂ ਲੈ ਕੇ ਸਾਨੂੰ ਮਿਹਨਤ ਕਰਨੀ ਚਾਹੀਦਾ ਹੈ ਔਰ ਮਿਹਨਤ ਦੇ ਨਾਲ ਜਿਹੜੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੇ ਜ਼ਿੰਦਗੀ ਦੀਆਂ, ਉਹ ਅਪਣਾਉਣੀਆਂ ਚਾਹੀਦੀਆਂ ਨੇ। ਔਰ ਜੇ ਅਸੀਂ ਸੱਚ ਦੇ ਮਾਰਗ 'ਤੇ ਚੱਲਦੇ ਰਹਾਂਗੇ, ਸੰਘਰਸ਼ ਦੇ ਮਾਰਗ 'ਤੇ ਚੱਲਦੇ ਰਹਾਂਗੇ, ਤੇ ਸਾਨੂੰ ਕੋਈ ਵੀ ਔਕੜ ਨਹੀਂ ਆਉਂਦੀ। ਅਸੀਂ ਖੁਸ਼ਹਾਲ ਔਰ ਵਧੀਆ ਜ਼ਿੰਦਗੀ ਜਿਹੜਾ ਬਤੀਤ ਕਰਨ ਦੇ ਕਾਬਲ ਹੋ ਸਕਦੇ ਹਾਂ। ਸੋ ਜੀਵਨ ਜਾਂਚ ਦੀ ਇਹੋ ਕੁੰਜੀ ਹੈ ਕਿ ਅਸੀਂ ਸੱਚੇ ਸੁੱਚੇ ਦਿਲੋਂ ਮਿਹਨਤ ਕਰੀਏ
ਔਰ ਆਪਣੇ ਆਪ ਦੇ ਵਿੱਚ ਸਵੈ ਵਿਸ਼ਵਾਸ ਰੱਖੀਏ, ਆਪਣੇ ਵਿੱਚ ਵੀ ਵਿਸ਼ਵਾਸ ਰੱਖੀਏ, ਆਪਣੇ ਬੱਚਿਆਂ ਔਰ ਆਪਣੇ ਦੂਸਰੇ ਦੋਸਤਾਂ ਦੇ ਉੱਪਰ ਵੀ ਭਰੋਸਾ ਰੱਖੀਏ। BS ਰਤਨ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।